DRG Kids। ਕਹਾਣੀ ਚਾਰ ਮਿੱਤਰ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਛੋਟਾ ਜਿਹਾ ਕਸਬਾ ਸੀ ਤੇ ਉਸ ਵਿੱਚ ਰਹਿਣ ਵਾਲੇ ਲੋਕ ਵੱਡੇ ਦਿਲ ਵਾਲੇ। ਇਸ ਕਬਜ਼ੇ ਵਿੱਚ ਚਾਰ ਮਿੱਤਰ ਰਹਿੰਦੇ ਸੀ। ਉਹ ਲਗਭਗ ਆਪਣੀ ਜਵਾਨੀ ਦੀ ਉਮਰ ਵਿੱਚ ਸੀ ਤੇ ਇੱਕ ਦੂਜੇ ਦੇ ਬਹੁਤ ਹੀ ਪੱਕੇ ਦੋਸਤ ਸੀ। ਉਹਨਾਂ ਚਾਰਾਂ ਵਿੱਚੋਂ ਇੱਕ ਸੀ ਰਾਜਕੁਮਾਰ, ਦੂਜਾ ਸੀ ਰਾਜਕੁਮਾਰ ਦੇ ਮੰਤਰੀ ਦਾ ਮੁੰਡਾ, ਤੀਜਾ ਸਾਹੂਕਾਰ ਦਾ ਮੁੰਡਾ ਤੇ ਚੌਥਾ ਇੱਕ ਕਿਸਾਨ ਦਾ ਮੁੰਡਾ। ਚਾਰੋਂ ਹਮੇਸ਼ਾ ਨਾਲ-ਨਾਲ ਘੁੰਮਦੇ ਫਿਰਦੇ, ਖਾਂਦੇ ਪੀਂਦੇ ਤੇ ਮਸਤੀ ਕਰਦੇ। ਇੱਕ ਦਿਨ ਦੀ ਗੱਲ ਹੈ। ਤਾਂ ਫਿਰ ਕੀ ਹੋਇਆ ਪਿਤਾ ਜੀ? ਭਲਾ ਧਰਤੀ ਤੇ ਆਸਮਾਨ ਦਾ ਕੀ ਮੇਲ? ਨਹੀਂ ਪਿਤਾ ਜੀ, ਮੈਂ ਉਹਨਾਂ ਦਾ ਸਾਥ ਨਹੀਂ ਛੱਡ ਸਕਦਾ। ਪੁੱਤਰ, ਤੂੰ ਗੱਲ ਸਮਝ ਨਹੀਂ ਰਿਹਾ ਹੈ। ਪਿਤਾ ਜੀ, ਮੈਂ ਘਰ ਛੱਡ ਸਕਦਾ ਪਰ ਮੇਰੇ ਦੋਸਤਾਂ ਨੂੰ ਨਹੀਂ। ਪੁੱਤਰ, ਤੂੰ ਤੇ ਮੇਰੀ ਗੱਲ ਕਿਸੇ ਵੀ ਤਰ੍ਹਾਂ ਸੁਣਨ ਨੂੰ ਤਿਆਰ ਹੀ ਨਹੀਂ ਹੈ। ਮੈਂ ਘਰ ਹੀ ਛੱਡ ਰਿਹਾ। ਕਿਸਾਨ ਇਹ ਸੁਣ ਕੇ ਗੁੱਸਾ ਹੋ ਗਿਆ ਤੇ ਆਪਣੇ ਮੁੰਡੇ ਨੂੰ ਕਹਿ ਕੇ ਜੋ ਤੈਨੂੰ ਚੰਗਾ ਲੱਗ ਰਿਹਾ ਉਹ ਕਰ। ਹੁਣ ਕਿਸਾਨ ਦਾ ਮੁੰਡਾ ਆਪਣੇ ਦੋਸਤਾਂ ਕੋਲ ਜਾਂਦਾ ਹੈ ਤੇ ਸਾਰੀ ਗੱਲ ਉਹਨਾਂ ਨੂੰ ਦੱਸਦਾ ਹੈ। ਇਸ ਤੇ ਬਾਕੀ ਦੋਸਤਾਂ ਨੇ ਆਪਣਾ ਆਪਣਾ ਘਰ ਵੀ ਛੱਡਤਾ ਤੇ ਉਹ ਚਾਰੋਂ ਮਿੱਤਰ ਜੰਗਲ ਵੱਲ ਨੂੰ ਚੱਲ ਪਏ। ਹੌਲੀ ਹੌਲੀ ਹਨੇਰਾ ਹੁੰਦਾ ਗਿਆ ਤੇ ਤਰ੍ਹਾਂ ਦੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ। ਉਹ ਸਾਰੇ ਥੱਕ ਗਏ ਸੀ ਤੇ ਭੁੱਖ ਵੀ ਲੱਗ ਗਈ ਸੀ। ਇਹ ਵੇਖ ਕੇ ਕਿਸਾਨ ਦਾ ਮੁੰਡਾ ਬੋਲਿਆ, ਤੁਸੀਂ ਸਾਰੇ ਮੇਰੇ ਲਈ ਬਿਨਾਂ ਕਸੂਰ ਤੋਂ ਮੁਸੀਬਤ ਵਿੱਚ ਫਸ ਗਏ। ਨਹੀਂ, ਇਹ ਕਿਵੇਂ ਹੋ ਸਕਦਾ ਹੈ? ਸਾਡਾ ਦੋਸਤ ਮੁਸੀਬਤ 'ਚ ਹੋਵੇ, ਅਸੀਂ ਸਾਰੇ ਆਰਾਮ ਨਾਲ ਰਹੀਏ। ਜਿਆਂਗੇ ਵੀ ਨਾਲ-ਨਾਲ ਤੇ ਮਰਾਂਗੇ ਤੇ ਉਹ ਵੀ ਨਾਲ-ਨਾਲ। ਦੋਸਤੀ ਹੋਵੇ ਤਾਂ ਇਹੋ ਜਿਹੀ। ਇੱਕ ਦਰਖਤ ਦੇ ਥੱਲੇ ਤਿੰਨੋਂ ਦੋਸਤ ਸੋ ਗਏ, ਪਰ ਕਿਸਾਨ ਦੇ ਮੁੰਡੇ ਨੂੰ ਨਿੰਦਰ ਹੀ ਨਹੀਂ ਆ ਰਹੀ ਸੀ। ਉਹ ਤੇ ਇਹਨਾਂ ਤਿੰਨਾਂ ਲਈ ਪਰੇਸ਼ਾਨ ਸੀ। ਉਹਨੇ ਇਹਨਾਂ ਦੋਸਤਾਂ ਲਈ ਰੱਬ ਅੱਗੇ ਅਰਦਾਸ ਕੀਤੀ, ਹੇ ਰੱਬਾ, ਤੂੰ ਜਿੱਥੇ ਵੀ ਹੈ ਤੇ ਮੇਰੀ ਆਵਾਜ਼ ਸੁਣ ਕੇ ਮੇਰੀ ਮਦਦ ਲਈ ਆ ਜਾ। ਉਸ ਦੀ ਆਵਾਜ਼ ਸੁਣ ਕੇ ਰੱਬ ਨੇ ਇੱਕ ਬਜ਼ੁਰਗ ਆਦਮੀ ਦਾ ਰੂਪ ਲਿਆ ਤੇ ਮੁੰਡੇ ਨੂੰ ਕਿਹਾ, ਮੰਗ ਲੈ ਜੋ ਵੀ ਮੰਗਣਾ ਚਾਹੁੰਦਾ ਹੈ। ਵੇਖ ਇਸ ਝੋਲੇ ਵਿੱਚ ਮੇਰੇ ਬਹੁਤ ਸਾਰੇ ਹੀਰੇ ਨੇ। ਨਹੀਂ, ਮੈਨੂੰ ਹੀਰੇ ਨਹੀਂ ਚਾਹੀਦੇ। ਮੇਰੇ ਦੋਸਤ ਭੁੱਖੇ ਨੇ, ਮੈਨੂੰ ਉਹਨਾਂ ਲਈ ਖਾਣਾ ਚਾਹੀਦਾ ਹੈ। ਮੈਂ ਤੈਨੂੰ ਇੱਕ ਰਾਜ਼ ਦੀ ਗੱਲ ਦੱਸਦਾ ਹਾਂ। ਉਹ ਸਾਹਮਣੇ ਵੇਖ ਰਿਹਾ ਹੈ, ਉਸ ਅੰਬ ਦੇ ਦਰਖਤ ਨੂੰ। ਉਸ ਤੇ 4 ਅੰਬ ਲੱਗੇ ਨੇ। ਇੱਕ ਪੂਰਾ ਪੱਕਿਆ ਹੋਇਆ ਹੈ, ਦੂਜਾ ਉਹਦੇ ਕੋਲੋਂ ਥੋੜਾ ਜਿਹਾ ਘੱਟ ਤੇ ਤੀਜਾ ਉਸ ਤੋਂ ਵੀ ਘੱਟ ਪੱਕਿਆ ਹੋਇਆ ਹੈ, ਚੌਥਾ ਕੱਚਾ ਹੈਗਾ। ਇਸ ਵਿੱਚ ਰਾਜ਼ ਦੀ ਕੀ ਗੱਲ ਹੈ? ਇਹ ਚਾਰੋਂ ਅੰਬ ਤੁਸੀਂ ਸਾਰੇ ਖਾਓ। ਇਸ ਵਿੱਚੋਂ ਜੋ ਪਹਿਲਾ ਅੰਬ ਖਾਏਗਾ ਉਹ ਰਾਜਾ ਬਣੇਗਾ। ਦੂਜੇ ਅੰਬ ਨੂੰ ਖਾਣ ਵਾਲਾ ਰਾਜੇ ਦਾ ਮੰਤਰੀ ਬਣੇਗਾ। ਤੀਜੇ ਅੰਬ ਖਾਣ ਵਾਲੇ ਦੇ ਮੂੰਹ ਵਿੱਚੋਂ ਹੀਰੇ ਨਿਕਲਣਗੇ। ਜਿਹੜਾ ਚੌਥਾ ਅੰਬ ਖਾਏਗਾ, ਧਿਆਨ ਰੱਖੀ, ਉਸ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਇੰਨਾ ਕਹਿ ਕੇ ਰੱਬ ਉੱਥੋਂ ਚਲੇ ਗਏ। ਜਦ ਉਹਦੇ ਦੋਸਤ ਉੱਠੇ ਸੀ ਤੇ ਉਹਨੇ ਕਿਹਾ ਕਿ ਤੁਸੀਂ ਫਰੈਸ਼ ਹੋ ਜਾਓ, ਫਿਰ ਤੁਸੀਂ ਸਾਰੇ ਇੱਕ ਅੰਬ ਖਾ ਲਓ। ਉਸਨੇ ਆਪਣੇ ਲਈ ਇੱਕ ਛੋਟਾ ਜਿਹਾ ਅੰਬ ਜੋ ਕੱਚਾ ਸੀ ਉਹ ਰੱਖ ਲਿਆ। ਸਾਰਿਆਂ ਨੇ ਅੰਬ ਖਾ ਲਏ ਤੇ ਸਾਰਿਆਂ ਦਾ ਢਿੱਡ ਕੁਝ ਭਰ ਗਿਆ ਤੇ ਉਹ ਸਾਰੇ ਚੱਲ ਪਏ ਆਪਣੀ ਮੰਜ਼ਿਲ ਵੱਲ। ਰਾਹ ਵਿੱਚ ਚਲਦੇ ਜਦੋਂ ਉਹ ਥੱਕ ਗਏ ਤੇ ਉਹਨਾਂ ਨੇ ਸੋਚਿਆ ਕਿ ਥੋੜਾ ਜਿਹਾ ਪਾਣੀ ਪੀ ਲੈਂਦੇ ਆ। ਜਦੋਂ ਆਪਣਾ ਮੂੰਹ ਧੋਣ ਲੱਗੇ ਸੀ ਤਾਂ ਰਾਜਕੁਮਾਰ ਦੇ ਮੂੰਹ ਵਿੱਚੋਂ 3 ਹੀਰੇ ਨਿਕਲੇ। ਉਹਨਾਂ ਨੇ ਉਹ ਹੀਰੇ ਰੱਖ ਲਏ ਤੇ ਤੀਜੇ ਦਿਨ ਉਹ ਮੰਤਰੀ ਦੇ ਮੁੰਡੇ ਨੂੰ ਇੱਕ ਹੀਰਾ ਦਿੰਦੇ ਆ। ਇਹ ਲਾ ਹੀਰਾ, ਇਹਦੇ ਬਦਲੇ ਕੁਝ ਖਾਣ ਨੂੰ ਲਿਆ। ਠੀਕ ਹੈ। ਉਹ ਜਦੋਂ ਹੀਰਾ ਲੈ ਕੇ ਬਾਜ਼ਾਰ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਕੋਈ ਬੈਂਡ ਬਾਜੇ ਵਜਾ ਕੇ ਹਾਥੀ ਲੈ ਕੇ ਆ ਰਿਹਾ ਹੈ। ਉਹ ਭਰਾਵਾ, ਇਹ ਰੌਲਾ ਕਾਹਦਾ ਹੈ? ਤੈਨੂੰ ਨਹੀਂ ਪਤਾ? ਨਹੀਂ। ਇੱਥੋਂ ਦਾ ਰਾਜਾ ਬਿਨਾਂ ਸੰਤਾਨ ਤੋਂ ਹੀ ਮਰ ਗਿਆ ਤੇ ਰਾਜ ਦੇ ਲਈ ਰਾਜਾ ਚਾਹੀਦਾ ਹੈ। ਇਸ ਕਰਕੇ ਹੀ ਉਹ ਹਾਥੀ ਨੂੰ ਰਸਤੇ ਤੇ ਛੱਡ ਗਿਆ। ਉਹ ਰਾਜਾ ਚੁਣੇਗਾ। ਉਹ ਕਿਵੇਂ? ਉਹ ਹਾਥੀ ਦੇ ਗਲੇ 'ਚ ਜੋ ਮਾਲਾ ਪਈ ਹੈ, ਉਹ ਜਿੱਦੇ ਗਲੇ 'ਚ ਪਾਊਗਾ ਉਹੀ ਸਾਡਾ ਰਾਜਾ ਬਣੂਗਾ। ਵੇਖ, ਉਹ ਹਾਥੀ ਇੱਥੇ ਹੀ ਆ ਰਿਹਾ ਹੈ।
ਮੰਤਰੀ ਦਾ ਮੁੰਡਾ ਇੱਕ ਪਾਸੇ ਹੋ ਜਾਂਦਾ ਹੈ। ਹਾਥੀ ਆ ਕੇ ਉਹਦੇ ਗਲ ਵਿੱਚ ਮਾਲਾ ਪਾ ਦਿੰਦਾ ਹੈ। ਇਸ ਤਰ੍ਹਾਂ ਮੰਤਰੀ ਦਾ ਮੁੰਡਾ ਰਾਜਾ ਬਣ ਜਾਂਦਾ ਹੈ, ਕਿਉਂਕਿ ਉਸਨੇ ਪੱਕਾ ਅੰਬ ਜੋ ਖਾਦਾ ਸੀ। ਉਹਨੇ ਰਾਜ ਭਾਗ ਸੰਭਾਲ ਲਿਆ ਤੇ ਆਪਣਾ ਦੋਸਤਾਂ ਨੂੰ ਭੁੱਲ ਗਿਆ। ਕੁਝ ਸਮਾਂ ਬੀਤ ਗਿਆ, ਫਿਰ ਉਹ ਨਹੀਂ ਆਇਆ ਤੇ ਰਾਜਕੁਮਾਰ ਨੇ ਦੂਜਾ ਹੀਰਾ ਨਿਕਾਲਿਆ ਤੇ ਸਾਹੂਕਾਰ ਦੇ ਮੁੰਡੇ ਨੂੰ ਦਿੱਤਾ ਤੇ ਕਿਹਾ, ਇਹ ਲਾ ਹੀਰਾ, ਇਹਦੇ ਬਦਲੇ ਕੁਝ ਖਾਣ ਨੂੰ ਲਿਆ। ਠੀਕ ਆ। ਉਹ ਜਦੋਂ ਹੀਰਾ ਲੈ ਕੇ ਬਾਜ਼ਾਰ ਪਹੁੰਚਦਾ ਹੈ ਤੇ ਉੱਥੇ ਬਹੁਤ ਭੀੜ ਵੇਖਦਾ ਹੈ। ਬਹੁਤ ਰੌਲਾ ਪੈ ਰਿਹਾ ਹੁੰਦਾ ਹੈ। ਉਹ ਵੇਖਦਾ ਹੈ ਕਿ ਇੱਕ ਹਾਥੀ ਢੋਲ ਟਮਾਕੇ ਨਾਲ ਗਲੇ ਵਿੱਚ ਮਾਲਾ ਪਾ ਕੇ ਆ ਰਿਹਾ ਹੈ। ਭਰਾ ਇਹ ਰੌਲਾ ਕਿਸ ਗੱਲ ਦਾ ਹੈ? ਸਾਡੇ ਰਾਜ ਨੂੰ ਰਾਜਾ ਮਿਲ ਗਿਆ। ਹੁਣ ਇੱਕ ਮੰਤਰੀ ਦੀ ਲੋੜ ਹੈ, ਇਸ ਲਈ ਹਾਥੀ ਨੂੰ ਮਾਲਾ ਦੇ ਕੇ ਹੁਣ ਮੰਤਰੀ ਲੱਭਣ ਲਈ ਭੇਜਿਆ ਗਿਆ ਹੈ। ਅੱਛਾ, ਤਾਂ ਇਹ ਗੱਲ ਹੈ। ਇੱਥੇ ਹਾਥੀ ਨੇ ਸਾਹੂਕਾਰ ਦੇ ਮੁੰਡੇ ਦੇ ਗਲ ਵਿੱਚ ਮਾਲਾ ਪਾ ਦਿੱਤੀ ਤੇ ਉਹ ਦੁਕਾਨ 'ਚ ਨੇੜੇ ਸੀ ਤੇ ਉਹ ਮੰਤਰੀ ਬਣ ਗਿਆ ਤੇ ਆਪਣੇ ਬਾਕੀ ਦੋਸਤਾਂ ਨੂੰ ਭੁੱਲ ਗਿਆ। ਇੱਥੇ ਰਾਜਕੁਮਾਰ ਦੇ ਕਿਸਾਨ ਦੇ ਮੁੰਡੇ ਦਾ ਭੁੱਖ ਨਾਲ ਬੁਰਾ ਹਾਲ ਹੋ ਰਿਹਾ ਸੀ। ਹੁਣ ਕੀ ਕਰੀਏ? ਹੁਣ ਮੈਂ ਹੀ ਕੁਝ ਖਾਣ ਲਈ ਲੈ ਕੇ ਆਉਣਾ। ਇਹ ਲੈ, ਮੇਰੇ ਕੋਲ ਆਖਰੀ ਹੀਰਾ ਹੈ। ਮੇਰੇ ਕੋਲ ਤੂੰ ਇਹ ਲੈ ਕੇ ਕੁਝ ਖਾਣ ਦੇ ਲਈ ਲੈ ਕੇ ਆ। ਜਦੋਂ ਕਿਸਾਨ ਦਾ ਮੁੰਡਾ ਉਹ ਹੀਰਾ ਲੈ ਕੇ ਦੁਕਾਨਦਾਰ ਕੋਲ ਗਿਆ ਤਾਂ ਦੁਕਾਨਦਾਰ ਨੇ ਮੁੰਡੇ ਦੀ ਬੁਰੀ ਹਾਲਤ ਵੇਖ ਕੇ ਇਹ ਸੋਚਿਆ ਕਿ ਜ਼ਰੂਰ ਇਹ ਮੁੰਡੇ ਨੇ ਹੀ ਹੀਰਾ ਰਾਜ ਮਹਿਲ ਤੋਂ ਚੋਰੀ ਕੀਤਾ ਹੈ ਤੇ ਦੁਕਾਨਦਾਰ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਤੇ ਉਹਨੂੰ ਪੁਲਿਸ ਦੇ ਹਵਾਲੇ ਕਰਤਾ। ਪੁਲਿਸ ਨੇ ਕਿਸਾਨ ਦੇ ਮੁੰਡੇ ਦੀ ਇੱਕ ਨਹੀਂ ਸੁਣੀ ਤੇ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਇਹ ਹੋਇਆ ਉਸ ਦੇ ਕੱਚੇ ਅੰਬ ਖਾਣ ਕਰਕੇ। ਇਹ ਬੜਾ ਹੀ ਅਜੀਬ ਇਲਾਕਾ ਹੈ। ਮੇਰਾ ਇੱਕ ਵੀ ਦੋਸਤ ਵਾਪਸ ਨਹੀਂ ਆਇਆ। ਮੈਂ ਇਸ ਇਲਾਕੇ ਵਿੱਚ ਨਹੀਂ ਰਹਿਣਾ ਹੁਣ। ਬਹੁਤ ਸਮਾਂ ਬੀਤ ਗਿਆ ਤੇ ਰਾਜਕੁਮਾਰ ਨੇ ਬਚੇ ਹੋਏ ਹੀਰੇ ਦੇ ਚਮਤਕਾਰ ਨਾਲ ਬਹੁਤ ਧਨ ਇਕੱਠਾ ਕਰ ਲਿਆ ਤੇ ਉਹ ਦੁਬਾਰਾ ਰਾਜਾ ਬਣ ਗਿਆ ਤੇ ਆਪਣੀ ਇੱਕ ਦੁਨੀਆ ਵਸਾ ਲਈ। ਹੁਣ ਜਦੋਂ ਸਭ ਠੀਕ ਹੋ ਰਿਹਾ ਹੈ ਤੇ ਉਹਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਆਉਂਦੀ ਹੈ। ਉਹ ਉਹਨਾਂ ਦੀ ਖੋਜ ਕਰਵਾਉਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਦੇ ਨਗਰ ਵਾਲਾ ਹੀ ਰਾਜਾ ਉਹਦਾ ਦੋਸਤ ਹੈ। ਕਿਉਂ ਦੋਸਤੋ, ਤੁਸੀਂ ਮੈਨੂੰ ਪਛਾਣਿਆ ਨਹੀਂ? ਅਰੇ ਮੇਰਾ ਯਾਰਾ, ਕਿੱਥੇ ਸੀ ਤੂੰ? ਤੇ ਇਸ ਤਰ੍ਹਾਂ ਦੋਨੋਂ ਦੋਸਤ ਮਿਲ ਗਏ ਤੇ ਤੀਜਾ ਵੀ ਉਸੇ ਰਾਜ ਵਿੱਚ ਮੰਤਰੀ ਸੀ ਤੇ ਇਹ ਤਿੰਨੋਂ ਮਿਲ ਗਏ ਤਾਂ ਫਿਰ ਤਿੰਨੋਂ ਚੌਥੇ ਦੋਸਤ ਨੂੰ ਲੱਭਣ ਲੱਗ ਪਏ। ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹ ਤੇ ਜੇਲ੍ਹ ਵਿੱਚ ਹੈ। ਇਹ ਗੱਲ ਉਹਨਾਂ ਨੂੰ ਦੁਖੀ ਕਰ ਦਿੰਦੀ ਹੈ ਕਿ ਉਹਨਾਂ ਦਾ ਦੋਸਤ ਉਹਨਾਂ ਕਰਕੇ ਹੀ ਜੇਲ੍ਹ ਵਿੱਚ ਹੈ। ਉਹ ਤਿੰਨੋਂ ਤੁਰੰਤ ਉੱਥੇ ਜਾਂਦੇ ਨੇ ਤੇ ਆਪਣੇ ਦੋਸਤ ਨੂੰ ਰਿਹਾ ਕਰਵਾਉਂਦੇ ਨੇ। ਰਾਜਕੁਮਾਰ ਉਸ ਨੂੰ ਆਪਣੀ ਦੋਸਤੀ ਯਾਦ ਕਰਾਉਂਦਾ ਹੈ ਤੇ ਫਿਰ ਕਿਸਾਨ ਦਾ ਬੇਟਾ ਖੁਸ਼ ਹੋ ਜਾਂਦਾ ਹੈ ਤੇ ਸਾਰੇ ਮਿੱਤਰ ਇਕੱਠਾ ਹੋ ਗਏ ਨੇ। ਇਸ ਤੋਂ ਬਾਅਦ ਸਾਰਿਆਂ ਨੇ ਆਪਣੀ ਆਪਣੀ ਦੌਲਤ ਇਕੱਠਾ ਕੀਤੀ ਤੇ ਉਸ ਨੂੰ ਬਰਾਬਰ ਹਿੱਸੇ ਵਿੱਚ ਵੰਡ ਲਿਆ। ਸਾਰਿਆਂ ਨੇ ਆਪਣਾ ਆਪਣਾ ਹਿੱਸਾ ਲੈ ਲਿਆ। ਫਿਰ ਸਭ ਆਪਣੇ ਆਪਣੇ ਘਰ ਪਹੁੰਚੇ। ਜਦੋਂ ਆਪਣੇ ਮਾਪਿਓ ਕੋਲ ਆਏ ਤਾਂ ਪਿੰਡ ਵਿੱਚ ਖੁਸ਼ੀ ਦੀ ਬਹਾਰ ਆ ਗਈ। किसी ने सच ही किया है कि एक सच्चा दोस्त सब दुश्मनां ते पारा है।